ਜਲੰਧਰ ਦੀ ਕਰਤਾਰਪੁਰ ਦੇ ਵਿੱਚ ਜ਼ਿੰਦਗੀ ਦੀ ਜੰਗ ਹਾਰਿਆ ਸੁਰੇਸ਼ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਬੋਰਵੈਲ ਦੇ ਵਿੱਚੋਂ ਬਾਹਰ ਕੱਢੀ ਗਈ ਲਾਸ਼। ਸ਼ਨੀਵਾਰ ਰਾਤ ਤੋਂ ਕਰੀਬ 80 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਫਸਿਆ ਹੋਇਆ ਸੀ ਸੁਰੇਸ਼। ਮੀਂਹ ਦੇ ਨਾਲ ਹਿਮਾਚਲ ਦੇ ਵਿੱਚ ਫਿਰ ਤੋਂ ਆਫਤ। ਸ਼ਿਮਲਾ ਦੇ ਵਿੱਚ ਪਹਾੜ ਤੋਂ ਡਿੱਗੇ ਮਲਬੇ 'ਚ ਦੱਬਿਆ ਮੰਦਰ, 9 ਲੋਕਾਂ ਦੀ ਗਈ ਜਾਨ। ਕਈਆਂ ਦੀ ਤਲਾਸ਼। ਤਾਂ ਸੋਲਨ ਦੇ ਵਿੱਚ ਬੱਦਲ ਫਟਣ ਕਰਕੇ 7 ਮੌਤਾਂ। ਮੀਂਹ ਦੇ ਨਾਲ ਉੱਤਰਾਖੰਡ ਦੇ ਵਿੱਚ ਵੀ ਵਿਗੜੇ ਹਾਲਾਤ। ਉਫਾਨ ਤੇ ਨਦੀ ਅਤੇ ਨਾਲੇ, ਥਾਂ ਥਾਂ ਲੈਂਡਸਲਾਈਡ। ਦੇਹਰਾਦੂਨ ਦੇ ਵਿੱਚ ਤਾਜ ਦੇ ਪੱਤਿਆਂ ਦੀ ਤਰ੍ਹਾਂ ਢਈ ਡਿਫੈਂਸ ਕਾਲਜ ਦੀ ਇਮਾਰਤ। ਭਾਖੜਾ ਡੈਮ ਦੇ ਫਲੱਡ ਗੇਟ ਗਏ ਖੋਲੇ। 4 ਫਲੱਡ ਗੇਟ 2-2 ਫੁੱਟ ਤੱਕ ਗਏ ਖੋਲੇ। ਖਤਰੇ ਦੇ ਨਿਸ਼ਾਨ ਤੋਂ ਕਰੀਬ 5 ਫੁੱਟ ਦੂਰ ਹੈ ਭਾਖੜਾ ਡੈਮ ਦਾ ਪਾਣੀ। ਯਾਦਗਾਰੀ ਪੱਥਰਾਂ ਤੇ ਪੀਐਮ ਮੋਦੀ ਦਾ ਨਾਮ ਹਟਾਏ ਜਾਣ ਤੇ ਗਰਮਾਈ ਸਿਆਸਤ। ਬੀਜੇਪੀ ਆਗੂ ਤਰੁਣ ਚੁੱਗ ਨੇ ਗਵਰਨਰ ਨੂੰ ਲਿਖੀ ਚਿੱਠੀ। ਜਾਖੜ ਨੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਦੀ ਘਿਨੌਣੀ ਹਰਕਤ। ਬੀਜੇਪੀ ਦੇ ਵੋਟਰਾਂ ਨੂੰ ਰਾਖਸ਼ ਕਹਿਣ ਤੇ ਘਿਰੇ ਕਾਂਗਰਸ ਦੇ ਆਗੂ ਰਣਦੀਪ ਸੁਰਜੇਵਾਲਾ। ਬੀਜੇਪੀ ਬੋਲੀ ਰਾਖਸ਼ ਪਰਿਵਾਰ ਦੇ ਵਿੱਚ ਜੰਮਿਆ ਸ਼ਖਸ ਹੀ ਕਰ ਸਕਦਾ ਹੈ ਅਜਿਹੀਆਂ ਗੱਲਾਂ। ਗੈਰ ਪਾਰਲੀਮਾਨੀ ਭਾਸ਼ਾ ਤੇ ਲਿਆ ਜਾਵੇਗਾ ਨੋਟਿਸ। ਮੁੱਖ ਮੰਤਰੀ ਭਗਵੰਤ ਮਾਨ ਨੇ 76 ਨਵੇਂ ਆਮ ਆਦਮੀ ਕਲੀਨਿਕਸ ਦਾ ਕੀਤਾ ਉਦਘਾਟਨ। ਹੁਣ ਸੂਬੇ ਦੇ ਵਿੱਚ ਹੋਏ ਕੁੱਲ 659 ਕਲੀਨਿਕ। ਸੀਐਮ ਬੋਲੇ ਲੋਕਾਂ ਨੂੰ ਉਹਨਾਂ ਦੀ ਰਿਹਾਇਸ਼ ਦੇ ਨੇੜੇ ਹੀ ਮਿਲੇਗਾ ਚੰਗਾ ਇਲਾਜ। ਹਸਪਤਾਲਾਂ ਤੇ ਵੀ ਘਟੇਗਾ ਬੋਝ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਤੇ ਤਿੱਖਾ ਤੰਜ। ਬੋਲੇ ਕੋੜ ਕਿਰਲੀ ਦੀ ਟੁੱਟੀ ਪੂਛ ਦੀ ਤਰ੍ਹਾਂ ਤੜਫ ਰਹੇ ਨੇ ਵਿਰੋਧੀ। ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੇ ਕਰ ਰਹੇ ਹਾਂ ਅਸੀਂ ਕਾਰਵਾਈ। ਡਰੱਗਸ ਦੇ ਖਿਲਾਫ ਸਖਤ ਮਾਨ ਸਰਕਾਰ। ਮੁੱਖ ਮੰਤਰੀ ਬੋਲੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਾਂਗੇ। ਜਿਨ੍ਹਾਂ ਪਿੰਡਾਂ ਦੇ ਵਿੱਚੋਂ ਮੁੱਕਿਆ ਨਸ਼ਾ ਉੱਥੇ ਬਣਾਵਾਂਗੇ ਸਕੂਲ ਅਤੇ ਹਸਪਤਾਲ। ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਪੰਜਾਬ ਪੁਲਿਸ ਵੱਲੋਂ ਟੈਰਰ ਮੋਡਿਊਲ ਦਾ ਪਰਦਾਫਾਸ਼। ਅੱਤਵਾਦੀ ਰਿੰਦਾ ਤੇ ਗੈਂਗਸਟਰ ਗੋਲਡੀ ਬਰਾੜ ਦੇ 5 ਗੁਰਗੇ ਕਾਬੂ। 2 ਵਿਦੇਸ਼ੀ ਪਿਸਤੌਲਾਂ ਵੀ ਕੀਤੀਆਂ ਗਈਆਂ ਬਰਾਮਦ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕਈ ਘੰਟਿਆਂ ਦੀ ਕਰੀਬ 50 ਘੰਟਿਆਂ ਦੀ ਮਿਹਨਤ ਦੀ ਕਾਮਯਾਬੀ ਨਾ ਮਿਲੇ ਔਰ ਸ਼ਖਸ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਬਚਾਇਆ ਨਾ ਜਾ ਸਕੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਜਲੰਧਰ ਤੋਂ। ਜੋ ਖਬਰ ਆ ਰਹੀ ਹੈ ਬੋਰਵੈਲ ਦੇ ਵਿੱਚੋਂ ਸੁਰੇਸ਼ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਸੁਰੇਸ਼ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਲੰਧਰ ਦੇ ਕਰਤਾਰਪੁਰ ਦੇ ਵਿੱਚ ਇਹ ਰੈਸਕਿਊ ਆਪਰੇਸ਼ਨ ਚੱਲਿਆ ਕਰੀਬ 50 ਘੰਟੇ ਤੱਕ, ਪਰ ਕਾਮਯਾਬੀ ਇਸ ਦੇ ਵਿੱਚ ਨਹੀਂ ਮਿਲੀ। ਤਾਂ ਸ਼ਨੀਵਾਰ ਰਾਤ ਤੋਂ ਬੋਰਵੈਲ ਦੇ ਵਿੱਚ ਫਸਿਆ ਹੋਇਆ ਸੀ ਸੁਰੇਸ਼। ਕਰੀਬ 80 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਸੁਰੇਸ਼ ਫਸਿਆ ਸੀ, ਜਿਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸੀ। ਸ਼ਨੀਵਾਰ ਦੀ ਰਾਤ ਗਈ, ਐਤਵਾਰ ਦਾ ਪੂਰਾ ਦਿਨ ਗਿਆ, ਐਤਵਾਰ ਦੀ ਰਾਤ ਗਈ ਤੇ ਸੋਮਵਾਰ ਦਾ ਦਿਨ ਵੀ ਕਰੀਬ ਤੁਸੀਂ ਕਹਿ ਸਕਦੇ ਹੋ ਕਿ ਦਿਨ ਢਲਦੇ ਸ਼ਾਮ ਤੱਕ ਜਾ ਕੇ ਸੁਰੇਸ਼ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋਇਆ ਹੈ। ਪੂਰਾ ਰੈਸਕਿਊ ਜੋ ਚਲਾਇਆ ਜਾ ਰਿਹਾ ਸੀ, ਜਿਹੜੀ ਐਨਡੀਆਰਐਫ ਦੀਆਂ ਟੀਮਾਂ ਨੇ ਔਰ ਪ੍ਰਸ਼ਾਸਨ ਦੀਆਂ ਟੀਮਾਂ, ਪਰ ਇਸ ਵਿਚਾਲੇ ਅਨਫੋਰਚੂਨੇਟ ਇਹੀ ਰਿਹਾ ਕਿ ਇੰਨੀ ਕਰੜੀ ਮੁਸ਼ੱਕਤ ਔਰ ਪੂਰੀ ਮਿਹਨਤ ਤੋਂ ਬਾਅਦ ਵੀ ਸੁਰੇਸ਼ ਨੂੰ ਬਚਾਇਆ ਨਹੀਂ ਜਾ ਸਕਿਆ। ਸੁਰੇਸ਼ ਜਿਨ੍ਹਾਂ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਬੋਰਵੈਲ ਦੇ ਵਿੱਚ ਡਿੱਗੇ ਸੀ। ਕਰੀਬ 80 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਸੁਰੇਸ਼ ਇਹ ਫਸ ਗਿਆ ਸੀ, ਜਿਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਹਾਲਾਂਕਿ 60 ਫੁੱਟ 65 ਫੁੱਟ ਦੇ ਉੱਤੇ ਜਾ ਕੇ ਪਹਿਲਾਂ ਲੱਗਿਆ ਕਿ ਹਾਂ ਗੱਲ ਬਣ ਗਈ। ਇਹ ਐਤਵਾਰ ਸ਼ਾਮ ਦੀ ਗੱਲ ਹੈ ਕਿ ਉਹਨਾਂ ਨੂੰ ਕੱਢ ਲਿਆ ਜਾਵੇਗਾ, ਪਰ ਉਸ ਸਮੇਂ ਦੁਬਾਰਾ ਮਿੱਟੀ ਡਿੱਗ ਜਾਂਦੀ ਹੈ ਤੇ ਫਿਰ ਪੂਰਾ ਰੈਸਕਿਊ ਆਪਰੇਸ਼ਨ ਦੁਬਾਰਾ ਚਲਾਇਆ ਜਾਂਦਾ ਹੈ। ਕਰੀਬ 80 ਫੁੱਟ ਦੇ ਉੱਤੇ ਇਹ ਫਸਿਆ ਹੋਇਆ ਸੀ ਸੁਰੇਸ਼, ਪਰ ਬਚਾਇਆ ਨਹੀਂ ਜਾ ਸਕਿਆ। ਬਹੁਤ ਘੱਟ ਚਾਂਸਿਸ ਹੁੰਦੇ ਨੇ 40-50 ਘੰਟੇ ਬਾਅਦ ਕਿਸੇ ਦੇ ਜਿਉਂਦੇ ਰਹਿਣ ਦੇ, ਔਰ ਉਹੀ ਸੁਰੇਸ਼ ਦੇ ਨਾਲ ਹੁੰਦਾ ਹੋਇਆ ਵੀ ਨਜ਼ਰ ਆਇਆ। ਕਰਤਾਰਪੁਰ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਜਦੋਂ ਇਹ ਪੂਰਾ ਰੈਸਕਿਊ ਆਪਰੇਸ਼ਨ ਕੰਪਲੀਟ ਹੋਇਆ ਤਾਂ ਉਸ ਤੋਂ ਬਾਅਦ ਮ੍ਰਿਤਕ ਦੇਹ ਸੁਰੇਸ਼ ਦੀ ਬਾਹਰ ਕੱਢੀ ਗਈ। ਕੋਸ਼ਿਸ਼ ਤਾਂ ਇਹੀ ਕੀਤੀ ਜਾ ਰਹੀ ਸੀ ਕਿ ਸੁਰੇਸ਼ ਤੱਕ ਪਹੁੰਚਿਆ ਜਾਵੇ ਤੇ ਸੁਰੇਸ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇ, ਪਰ ਉਸ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਐਨਡੀਆਰਐਫ ਦੀ ਟੀਮ ਜਾਂ ਹੋਰ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਤੇ ਹੋਰ ਕਰਮਚਾਰੀ ਜਿਹੜੇ ਲੱਗੇ ਹੋਏ ਸਨ। ਤੇ ਉਸ ਤੋਂ ਬਾਅਦ ਕੁਝ ਇਸ ਤਰੀਕੇ ਨਾਲ ਲਾਸ਼ ਹੀ ਬਾਹਰ ਕੱਢੀ ਜਾ ਸਕੀ। ਮੰਦਭਾਗੀ ਖਬਰ ਜ਼ਰੂਰ ਹੈ ਕਿਉਂਕਿ ਐਨਡੀਆਰਐਫ ਦੀਆਂ ਟੀਮਾਂ ਦੀ ਵੀ ਪੂਰੀ ਕੋਸ਼ਿਸ਼ ਸੀ ਕਿ ਬਚਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਪਰ ਉਸ ਦੇ ਵਿੱਚ ਕਾਮਯਾਬੀ ਮਿਲਦੀ ਹੋਈ ਨਜ਼ਰ ਨਹੀਂ ਆਈ। ਤੇ ਆਖਿਰ ਜਦੋਂ ਪਹੁੰਚਣ ਦੇ ਵਿੱਚ ਕਾਮਯਾਬ ਹੋਈ ਸੁਰੇਸ਼ ਤੱਕ ਪੂਰੀ ਟੀਮ, ਉਸ ਵੇਲੇ ਤੱਕ ਸੁਰੇਸ਼ ਦੀ ਮੌਤ ਹੋ ਚੁੱਕੀ ਸੀ। ਜੋ ਜ਼ਿਕਰ ਕਰ ਰਹੇ ਸੀ ਕਿ ਬਹੁਤ ਘੱਟ ਚਾਂਸਿਸ ਹੁੰਦੇ ਨੇ ਕਿ ਕਰੀਬ 40-50 ਘੰਟੇ ਬਾਅਦ ਕੋਈ ਬਚ ਕੇ ਬਾਹਰ ਨਿਕਲ ਆਵੇ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ। ਆਪਾਂ ਨੂੰ ਯਾਦ ਹੈ ਸੰਗਰੂਰ ਦੇ ਵਿੱਚ ਫਤਿਹ ਵੀਰ ਦੇ ਨਾਲ ਜੋ ਕੁਝ ਹੋਇਆ, ਉਸ ਬੱਚੇ ਨੂੰ ਵੀ 6 ਸਾਲ ਦੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸੀ, ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਸੀ
और उसी तरीके नाल सुरेश दे नाल भी यह घटना वापरी है तो उसको बचाया नहीं जा सकिया। काबिल गौर है कि सुरेश हरियाणा के जींद का रहने वाला है। जम्मू कटड़ा जिहड़ा पूरा प्रोजेक्ट चल रहा हाईवे का उसके उत्ते पूरा काम चल रहा सी जिथे सुरेश भी पहुंचा होया। अगली खबर का रुख करते हैं तो गल मौसम की मार दी। हिमाचल के 12 जिलों के विच मींह का कहर जारी है। 24 घंटिया के विच 31 लोगों की जान चली गई। सवेरे शिमला के समरहिल दे विच बालूगंज दे विच मंदिर ढह गया जिस दे विच 20 तो 22 लोगों के दबे होने का खदशा है जबकि कई लोगों दी लाशां बाहर कढ़ियां गईयां। खुद सूबे के मुख्यमंत्री सुखविंदर सिंह सुक्खू घटना वाली थां दे उत्ते पहुंचे। 5 शवों की शिनाख्त हो चुकी है। 20-22 के करीब लोगों के दबे होने की खबर है। प्रयास ये है, आर्मी को बुलाया गया है, आईटीबीपी को बुलाया गया है, एनडीआरएफ की टीम को बुलाया गया। प्रयास ये है कि कुछ जानों को बचाया जा सके। इस दृष्टिकोण से ये प्रयास जारी है। भारी बारिश की वजह नाल रेस्क्यू ऑपरेशन दे विच दिक्कत हुई है। पहाड़ी तो पत्थर डिग रहे ने। मंदिर दे उत्ते मलबे दे नाल 4 तो 5 पेड़ भी आ डिगे जिस दे नाल नुकसान ज्यादा होया। कोशिश यहाँ पर यह की जा रही है कि जितनी ज्यादा जो है संभावना है किसी के बचे रहने की उस संभावना को और बढ़ाया जाए तो कोशिश ये है। लेकिन अब जिस तरह की स्थिति बनी हुई है उससे लगता नहीं है कि उम्मीदें जो है ज्यादा बची है। लेकिन आस किसी ने नहीं छोड़ी है। जिनके परिजन हैं, जिसके अपने हैं, वो यहाँ पर पहुंचे हुए हैं, देख रहे हैं। लगातार उनकी नजरें यहीं पर टिकी हैं कि कहीं से शायद कोई ऐसा चमत्कार हो। उन्हें उम्मीद है कि वो शायद उनकी सांसें चल रही हो। तो मींह की वजह के नाल तबाही हिमाचल दे विच उत्तराखंड दे विच भी नजर आई है। मंडी तो कुछ होर तस्वीरां तुहानूं दिखाने। मंडी दे विच भी भारी बरसात तो बाद तबाही दीयां तस्वीरां दिखी। आसमान तो बरसी तबाही दे नाल चंडीगढ़ मनाली नैशनल हाईवे पूरी तरह नाल बंद हो गया। सूबे दीयां ज़्यादा सड़कां बंद ने। बिजली पानी की सप्लाई ठप है। मंडी पंडोह सड़क के उत्ते 7 मील के कोल नाले दे विच भारी बरसात के कारण भारी मात्रा च मलबा आ गया जिस दे नाल हाईवे ते खड़ियां गड्डियां भी डुब गईयां। हमारी गाड़ी आगे ट्रक के साथ आगे बढ़ गई, कुंडे टूट गई आगे की। मंडी में जगह जगह लैंडस्लाइड्स आ रहे हैं तो हमारी जो फील्ड टीम है सब मशीनें लेके जगह जगह पे पहुंच गई है। मेरा लोगों से यही अपील रहेगा, प्लीज़ आपके घर जहाँ पे अगर सेफ हैं तो आप उनके अंदर रहिए। सड़कों पे मत घूमिए, ब्रिजेस के ऊपर मत खड़े रहिए क्योंकि हमें ऑपरेशन करने में भी दिक्कत आ रही है। लोगों को रेस्क्यू रिलीफ पहुँचाने में दिक्कत आ रही है। अगर लोग भीड़ इकट्ठा करेंगे तो उन्हें हटाने में भी हमें फोर्स का यूज़ करना पड़ रहा है। तो मेरी आपसे ये रिक्वेस्ट रहेगी, प्लीज़ आपके घर अगर सेफ हैं तो घर के अंदर रहिए, बारिश में बाहर मत घूमिए। उधर मींह तो बाद मंडी शहर के आले दुआले ब्यास दरिया मुड़ तो उफान के उत्ते है। प्राचीन पंचवक्त्र मंदिर मुड़ तो पानी दे विच डुब चुके है। दरिया का भयानक रूप देख के लोग दहशत दे विच ने। उधर मंडी की बलह घाटी के कनैड तो लैके नागचला तक 50 पिंड आसमानी आफत की मार चल रहे हैं। पंडोह डैम च कैंची मोड़ के कोल चंडीगढ़ मनाली नैशनल हाईवे का एक हिस्सा टुट के डैम दे विच डिग गया। उधर हिमाचल दे विच आसमानी आफत रुकण दा नाम नहीं लै रही। वक-वक थावां तो तस्वीरां सामने आ रही ने। हुण सोलन अते सिरमौर जिले दे विच बदल फटण दे नाल भारी तबाही हुई है। उत्थों भी ये तस्वीरां सामने आईयां। सोलन दे जद्दो पिंड दे विच देर रात बदल फटण दे नाल 2 घर तबाह हो गए अते मलबे दे विच दब्बण दे नाल 7 लोकां दी मौत हो गई। उधर नालागढ़ दे राम शहर दे विच तेज मींह दी वजह दे नाल लैंडस्लाइड हो गया। लैंडस्लाइड की वजह दे नाल मकान ढह गया। मलबे दे विच दब्बण दे नाल एक 65 साल की महिला की मौत हो गई अते छोटा बच्चा गंभीर जख्मी होया है। उधर सिरमौर दे नाहन दे विच बदल फटण दे कारण इत्थे टूरनामेंट दे विच हिस्सा लेण आए करीब 27 बच्चे फस गए जिन्हां नूं समां रहिंदे रेस्क्यू कर लिया गया। बच्चे जिस बस दे विच सवार सी वो बस मलबे दी लपेट दे विच आ गई। बदल फटण नाल इत्थे करीब 30 तो 40 बीघा उपजाऊ जमीन भी वह गई। नाल ही 5 गड्डियां भी मलबे दी लपेट दे विच आईयां ने। रेगुलर बेसिस पे हम लोग एडवाइजरी कर ही रहे हैं कि लोग नदी नालों से दूर रहें। और क्योंकि रेगुलर बेसिस पे अभी जैसे कल से कंसिस्टेंटली बारिश है और एडवाइजरी हमारी तरफ से यही है कि लोग थोड़ा अपने आप को सावधानी बरतें इस मौसम में। अनावश्यक अगर कोई कहीं किसी ने जाना है तो उसको अवॉइड करें और सेकेंडली नदी नालों से दूर रहें।
ਹਿਮਾਚਲ ਦੇ ਵਿੱਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਸਮੇਂ ਹਿਮਾਚਲ ਦੇ ਸਾਰੇ 12 ਜ਼ਿਲ੍ਹੇ ਅਸਮਾਨੀ ਆਫਤ ਦੇ ਅੱਗੇ ਲਾਚਾਰ ਦਿਖ ਰਹੇ ਨੇ। ਤਾਂ ਹਿਮਾਚਲ ਦੀਆਂ ਤਸਵੀਰਾਂ ਤੋਂ ਦਿਖਾਏ ਹਿਮਾਚਲ ਹੀ ਨਹੀਂ ਉੱਤਰਾਖੰਡ ਦੇ ਵਿੱਚ ਵੀ ਪਿਛਲੇ 2 ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਇਸ ਵਿਚਾਲੇ ਉੱਤਰਾਖੰਡ ਦੇ ਵਿੱਚ ਵੀ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ। ਉੱਥੇ ਇੱਕ ਹੋਟਲ ਤਾਜ ਦੇ ਪੱਤਿਆਂ ਦੀ ਤਰ੍ਹਾਂ, ਇੱਕ ਕਾਲਜ ਦੱਸਿਆ ਜਾ ਰਿਹਾ ਉਸ ਦੀ ਇਮਾਰਤ ਹੈ ਤਾਜ ਦੇ ਪੱਤਿਆਂ ਦੀ ਤਰ੍ਹਾਂ ਢਹਿ ਢੇਰੀ। ਉੱਤਰਾਖੰਡ ਦੇ ਮਾਲਦੇਵਤਾ ਦੇ ਵਿੱਚ ਲਗਾਤਾਰ ਮੀਂਹ ਦੇ ਵਿਚਾਲੇ ਦੇਹਰਾਦੂਨ ਡਿਫੈਂਸ ਕਾਲਜ ਬਿਲਡਿੰਗ ਪੂਰੀ ਤਰ੍ਹਾਂ ਢਹਿ ਗਈ। ਰਾਹਤ ਦੀ ਗੱਲ ਰਹੀ ਕਿ ਹਾਦਸੇ ਤੋਂ ਪਹਿਲਾਂ ਹੀ ਪੂਰੀ ਬਿਲਡਿੰਗ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਦੂਨ ਡਿਫੈਂਸ ਕਾਲਜ ਦੀ ਬਿਲਡਿੰਗ ਨਦੀ ਦੇ ਤੇਜ਼ ਵਹਾਅ ਦੇ ਵਿੱਚ ਢਹਿ ਢੇਰੀ ਹੋ ਗਈ। ਇਹੋ ਨਹੀਂ, ਨਦੀ ਦੇ ਆਲੇ ਦੁਆਲੇ ਖੜੀਆਂ ਕਈ ਗੱਡੀਆਂ ਨਦੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈਆਂ। ਭਾਰੀ ਬਾਰਿਸ਼ ਦੇ ਨਾਲ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਅਚਾਨਕ ਪਾਣੀ ਆਉਣ ਦੇ ਨਾਲ ਕਾਫੀ ਨੁਕਸਾਨ ਹੋਇਆ। ਕਾਲਜ ਦੀ ਬਿਲਡਿੰਗ ਡਿੱਗਣ ਦੇ ਨਾਲ ਕਈ ਘਰਾਂ ਦੇ ਵਿੱਚ ਪਾਣੀ ਅਤੇ ਮਲਬਾ ਵੀ ਭਰ ਗਿਆ। ਇਸ ਦੇ ਨਾਲ ਆਲੇ ਦੁਆਲੇ ਦੇ ਕਈ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ। ਕਿਸਾਨਾਂ ਦੇ ਖੇਤ ਵੀ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ। ਦੂਨ ਡਿਫੈਂਸ ਕਾਲਜ ਦੀ ਜੋ ਬਿਲਡਿੰਗ ਢਹਿ ਢੇਰੀ ਹੋਈ ਉਹ ਨਦੀ ਦੇ ਬਿਲਕੁਲ ਕਿਨਾਰੇ ਦੇ ਉੱਤੇ ਸੀ। ਪਿਛਲੇ ਸਾਲ ਵੀ ਨਦੀ ਦੇ ਤੇਜ਼ ਵਹਾਅ ਦੇ ਨਾਲ ਬਿਲਡਿੰਗ ਦਾ ਕੁਝ ਹਿੱਸਾ ਟੁੱਟ ਗਿਆ ਸੀ। ਇਸ ਬਿਲਡਿੰਗ ਦੇ ਵਿੱਚ ਦੂਨ ਡਿਫੈਂਸ ਕਾਲਜ ਦੇ ਕਾਫੀ ਸਟੂਡੈਂਟਸ ਰਹਿੰਦੇ ਸਨ ਅਤੇ ਇੱਥੇ ਟ੍ਰੇਨਿੰਗ ਵੀ ਕਰਦੇ ਸੀ, ਪਰ ਹਾਦਸੇ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ। ਉਧਰ ਮੀਂਹ ਤੋਂ ਬਾਅਦ ਗੰਗਾ ਵੀ ਆਪਣੇ ਰੌਦਰ ਰੂਪ ਦੇ ਵਿੱਚ ਹੈ। ਖੈਰ ਕਿਹਾ ਜਾਂਦਾ ਹੈ ਕਿ ਕੁਦਰਤ ਦੇ ਨਾਲ ਛੇੜਛਾੜ ਦਾ ਅਸਰ ਪੈਂਦਾ ਹੈ, ਤਾਂ ਕਿ ਵਾਕਈ ਇਹ ਸਭ ਕੁਝ ਕੁਦਰਤ ਦੇ ਨਾਲ ਛੇੜਛਾੜ ਦਾ ਅਸਰ ਹੈ ਕਿ ਇਸ ਤਰੀਕੇ ਦੀਆਂ ਭਿਆਨਕ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ। ਖੈਰ ਜਦੋਂ ਜ਼ਬਰਦਸਤ ਬਰਸਾਤ ਹੋਵੇ ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਆਜ਼ਾਦੀ ਦਿਹਾੜੇ ਦੀ। 15 ਅਗਸਤ ਦਾ ਦਿਨ ਕੱਲ ਤੇ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੋਵੇਗਾ ਤੇ ਰੌਣਕਾਂ ਵੱਖ-ਵੱਖ ਥਾਵਾਂ ਤੇ ਦੇਸ਼ ਭਰ ਦੇ ਵਿੱਚ ਨਜ਼ਰ ਆਉਣਗੀਆਂ। ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਟਾਰੀ ਬਾਰਡਰ ਦੇ ਉੱਤੇ, ਅਟਾਰੀ ਵਾਘਾ ਸਰਹੱਦ ਦੇ ਉੱਤੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਜਾਂ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਉਹ ਕੁਝ ਹੀ ਪਲਾਂ ਦੇ ਵਿੱਚ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਆਜ਼ਾਦੀ ਦੇ ਜਸ਼ਨ ਦੇ ਵਿੱਚ ਦੇਸ਼ ਡੁੱਬਿਆ, ਬਾਰਡਰ ਦੇ ਉੱਤੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ। ਇਹ ਰੀਟਰੀਟ ਸੈਰੇਮਨੀ ਹੁੰਦੀ ਹੈ ਅਟਾਰੀ ਵਾਘਾ ਸਰਹੱਦ ਦੇ ਉੱਤੇ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੁੰਦੇ ਨੇ ਇਸ ਨੂੰ ਦੇਖਣ ਦੇ ਲਈ। ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ, ਰਾਜੀਵ ਸ਼ਰਮਾ ਉਹਨਾਂ ਦਾ ਰੁਖ ਕਰਦੇ ਹਾਂ। ਰਾਜੀਵ, ਓਵਰ ਟੂ ਯੂ। मैं कोशिश करांगा दोबारा राजीव दे नाल गलबात कर सकां। राजीव, मेरी आवाज़ जेकर तुहाडे तक पहुंच रही है तो तुसीं तस्वीरां बयान कर सकते हो कि अटारी बॉर्डर के उत्ते की कुछ इस समय माहौल नज़र आ रहा है, क्योंकि रोज़ाना परेड हुंदी है, उत्थे बहुत जोश हुंदा है, पर जदों आज़ादी दिहाड़ा होवे, आज़ादी दिहाड़े की शाम होवे तो फिर एक वखरा माहौल हुंदा है। हाँ जी, हाँ मिल रही है। राजीव, मेरी आवाज तुहाडे तक आ रही है? राजीव शर्मा साडे सहयोगी इस समय अटारी वाघा सरहद तो साडे नाल ने। राजीव, मेरी आवाज तुहाडे तक पहुंच रही है? तो कोशिश करते हैं राजीव दे नाल गलबात करने लई। बड़े तस्वीरां साडे तक जरूर पहुंच रही ने, असीं तुहाडे तक जरूर पहुंचा रहे हैं। 14 ते 15 तरीक ਇਹ ਦੋਵੇਂ ਦਿਨ आज़ादी दिहाड़े, हालांकि रोजाना उत्थे रीट्रीट सैरेमनी हुंदी है ते उत्थे वड्डी गिणती दे विच लोग पहुंचे हुंदे ने। इस रीट्रीट सैरेमनी नूं देखण दे लई BSF दे जवान नज़र आ रहे ने और जिहड़ा स्टेडियम उत्थे बणिया होया है भारत वाले पासे दीआं तस्वीरां और तिरंगे झंडे लैके लोग पहुंचे हुंदे ने। राजीव, जेकर मेरी आवाज़ तुहाडे तक पहुंच रही है, ओवर टू यू। परेड दे विच वखरा जोश भी देखण नूं मिलदा और वखरी रौनक भी जिहड़ी आ ਉਹ ਵੀ ਦੇਖਣ ਨੂੰ ਮਿਲਦੀ। ਤਾਂ ਗੌਰਵ, ਤੁਹਾਡੀ ਆਵਾਜ਼ ਵੀ ਮੇਰੇ ਕੋਲ ਮਿਲ ਰਹੀ ਹੈ। ਤਾਂ ਇੱਕ ਵਾਰ ਮੈਂ ਫਿਰ ਤੋਂ ਦੁਹਰਾਉਣਾ ਚਾਹੁੰਦਾ ਕਿ ਮੈਂ ਇਸ ਵੇਲੇ ਅਟਾਰੀ ਸਰਹੱਦ ਤੇ ਹਾਂ, ਯਾਨੀ ਕਿ ਅਟਾਰੀ ਭਾਰਤ ਵਾਲੇ ਪਾਸੇ ਹੈ, ਭਾਰਤ ਦਾ ਆਖਰੀ ਪਿੰਡ ਔਰ ਵਾਘਾ ਪਾਕਿਸਤਾਨ ਦਾ ਆਖਰੀ ਪਿੰਡ ਤਾਂ ਇਸ ਕਰਕੇ ਇਸ ਨੂੰ ਅਟਾਰੀ ਵਾਘਾ ਸਰਹੱਦ ਵੀ ਕਿਹਾ ਜਾਂਦਾ। ਤਾਂ ਨਾਲ ਤਸਵੀਰਾਂ ਜਿਹੜੀਆਂ ਕਿ ਕਾਫੀ ਅਹਿਮ ਤਸਵੀਰਾਂ ਨੇ, ਕਿਉਂਕਿ ਅੱਜ ਯਾਨੀ ਕਿ 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੁੰਦਾ। ਕੱਲ 15 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਹਾੜਾ। ਸਭ ਤੋਂ ਪਹਿਲਾਂ शुरुआत ਅਸੀਂ पाकिस्तान वाले पासों ही करते, क्योंकि अज पाकिस्तान वाले पासे जिहड़ी दर्शक गैलरी है वो आम दिनों के नालों काफ़ी ज़्यादा भरी हुई नज़र आ रही है। पाकिस्तानी जिहड़े नागरिक ने उन्हों के हत्थों के विच पाकिस्तान के कौमी झंडे नज़र आ रहे हैं। तो कल इस तरीके का ही, यानी कि इस तो किते वध जिहड़ा जोश है वो भारत वाले पासे देखने को मिलेगा। तो ये तस्वीरां ने इस वेले अटारी वाघा सरहद दियां। ਤਾਂ ਦੂਜੇ ਦੇ ਸਾਹਮਣੇ ਇੱਕ ਡਾਹ ਕੇ ਖੜਦੇ ਨਜ਼ਰ ਆਉਂਦੇ ਨੇ, ਤਾਂ ਉਹ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ
ਜਾਂਦੀ ਹੈ ਕਿ ਦੋਹਾਂ ਮੁਲਕਾਂ ਦੀਆਂ ਸਰਹੱਦਾਂ ਦੇ ਜਿਹੜੇ ਰਾਖੇ ਨੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਡਿਊਟੀ ਤੇ ਤੈਨਾਤ ਨੇ। ਪਰ ਕਿਉਂਕਿ ਅਸੀਂ ਭਾਰਤੀ ਹਾਂ ਤਾਂ ਭਾਰਤ ਦੀ ਸਰਹੱਦ ਦੀ ਰਾਖੀ ਜੋ ਕਰਨ ਵਾਲੇ BSF ਦੇ ਜਵਾਨ ਨੇ ਉਹਨਾਂ ਦੀ ਜਿਹੜੀ ਕਿਸ ਤਰੀਕੇ ਦੀ ਡਿਊਟੀ ਹੁੰਦੀ ਉਹ ਵੀ ਨਿਊਜ਼ 18 ਨੇ ਇੱਕ ਸਪੈਸ਼ਲ ਜਿਹੜਾ ਪ੍ਰੋਗਰਾਮ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਇਹ ਉਹੀ ਜਵਾਨ ਨੇ ਜਿਹੜੇ ਕਿ ਚਾਹੇ ਗਰਮੀ ਦਾ ਮੌਸਮ ਹੋਵੇ, ਸਰਦੀ ਹੋਵੇ, ਬਰਸਾਤ ਹੋਵੇ, ਤਾਂ ਉਸ ਮੌਸਮ ਦੇ ਵਿੱਚ ਸਾਡੀਆਂ ਸਰਹੱਦਾਂ ਦੇ ਰਾਖੇ ਜਿਹੜੇ ਨੇ ਹਰ ਵੇਲੇ ਡਿਊਟੀ ਕਰਦੇ ਨੇ। ਤਾਂ ਇਹੀ ਕਾਰਨ ਹੈ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਸੂਬਿਆਂ ਦੇ ਵਿੱਚ ਲੋਕ ਆਰਾਮ ਦੇ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਜੋ ਹੈ ਉਹ ਸੌਂ ਸਕਦੇ ਨੇ। ਸਾਹਮਣੇ ਤੁਸੀਂ ਦੇਖੋ ਕਿ ਪਾਕਿਸਤਾਨ ਵਾਲੇ ਪਾਸੇ ਜਿਹੜੀ ਦਰਸ਼ਕ ਗੈਲਰੀ ਬਣੀ ਹੋਈ ਹੈ, ਉੱਥੇ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਇੱਕ ਜਿਹੜੀ ਖੁਸ਼ੀ ਹੈ, ਇੱਕ ਜਿਹੜਾ ਜਸ਼ਨ ਦਾ ਮਾਹੌਲ ਹੈ ਉਹ ਦੇਖਿਆ ਜਾ ਸਕਦਾ। ਤਾਂ ਕੱਲ ਜਦੋਂ ਭਾਰਤ ਵਾਲੇ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਜਾਏਗਾ ਤਾਂ ਇਸ ਜੋਸ਼ ਦੇ ਵਿੱਚ ਕਿਤੇ ਕਈ ਗੁਣਾ ਵਾਧਾ ਜਿਹੜਾ ਨਜ਼ਰ ਆਏਗਾ, ਕਿਉਂਕਿ ਜਿਹੜੀ ਪਾਕਿਸਤਾਨ ਵਾਲੇ ਪਾਸੇ ਗੈਲਰੀ ਬਣੀ ਹੋਈ ਹੈ ਉਹ ਕਾਫੀ ਛੋਟੀ ਹੈ, ਜਦ ਕਿ ਭਾਰਤ ਵਾਲੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਕ ਸਮੇਂ ਦੇ ਵਿੱਚ ਇਸ ਗੈਲਰੀ ਦੇ ਵਿੱਚ ਬੈਠ ਸਕਦੇ ਨੇ। ਤਾਂ ਇੱਕ ਵਾਰ ਫਿਰ ਤੋਂ ਉਸ ਗੈਲਰੀ ਦੀ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੀ ਹੁਣ ਹੌਲੀ-ਹੌਲੀ ਭਰਨੀ ਸ਼ੁਰੂ ਹੋ ਚੁੱਕੀ ਹੈ। ਔਰ ਜਦੋਂ ਇਹ ਪਰੇਡ ਸ਼ੁਰੂ ਹੋਏਗੀ ਤਾਂ ਪਰੇਡ ਦੇ ਦੌਰਾਨ ਇਹ ਪੂਰਾ ਜਿਹੜਾ ਮਾਹੌਲ ਹੈ ਉਹ ਆਜ਼ਾਦੀ ਦੇ ਜਿਹੜੇ ਜੈਕਾਰੇ ਨੇ, ਜਿਹੜੇ ਨਾਅਰੇ ਨੇ, ਭਾਰਤ ਮਾਤਾ ਕੀ ਜੈ ਜਾਂ ਭਾਰਤ ਹਿੰਦੁਸਤਾਨ ਜ਼ਿੰਦਾਬਾਦ, ਤਾਂ ਦੇਸ਼ ਭਗਤੀ ਦੇ ਜਿਹੜੇ ਵੱਖ-ਵੱਖ ਨਾਅਰੇ ਨੇ ਉਹਨਾਂ ਦੇ ਨਾਲ ਇਹ ਪੂਰਾ ਜਿਹੜਾ ਸਟੇਡੀਅਮ ਕਹੀਏ ਜਾਂ ਜੀ ਰਾਜੀਵ ਕਹੀਏ ਤਾਂ ਅਸੀਂ ਨੇੜੇ ਤੋਂ